हाँ जी, इस तो बाद ਆਪਾਂ ਪੜ੍ਹਨ ਲੱਗੇ ਹਾਂ ਜੀ ਅਘੋਸ਼ ਵਿਅੰਜਨ ਜਿਹੜੀ ਦੂਸਰੀ ਟਾਈਪ ਆ ਜਾਂਦੀ ਹੈ। ਦੇਖੋ ਸਭ ਤੋਂ ਪਹਿਲਾਂ ਵੀ ਲਿਖਿਆ ਹੋਇਆ ਸੀ ਸਗੋਸ਼, ਘੋਸ਼ ਦਾ, ਯਾਨੀ ਕਿ ਇੱਕ ਐਸੇ ਵਿਅੰਜਨ, ਐਸੀ ਧੁਨੀਆਂ ਜਿਨ੍ਹਾਂ ਨੂੰ ਪ੍ਰੋਨਾਊਂਸ ਕਰਦੇ ਸਮੇਂ ਜਿਹੜੇ ਘੋਸ਼ ਨਾ ਹੋਵੇ, ਯਾਨੀ ਕਿ ਨਾਦ ਹੋਵੇ ਉਹਨਾਂ ਵਿੱਚ, ਜਿਹੜਾ ਆਪਾਂ ਕਹਿੰਦੇ ਹਾਂ ਕਿ ਉਹਨਾਂ ਵਿੱਚ ਕੰਬਣੀ ਪੈਦਾ ਹੁੰਦੀ ਹੈ, ਤਾਂ ਕਰਕੇ ਉਹਨਾਂ ਨੂੰ ਸਗੋਸ਼ ਵਿਅੰਜਨ ਕਿਹਾ ਜਾਂਦਾ ਹੈ। ਹੁਣ ਇਹਦਾ ਨਾਮ ਆ ਗਿਆ ਜੀ ਅਘੋਸ਼ ਵਿਅੰਜਨ, ਯਾਨੀ ਕਿ ਜਿਸ ਦੇ ਵਿੱਚ ਘੋਸ਼ ਨਾ, ਯਾਨੀ ਕਿ ਜਿਹੜਾ ਨਾਦ ਹੈ, ਯਾਨੀ ਕਿ ਜਿਹੜੀ ਕੰਬਣੀ ਆ ਉਹ ਨਾ ਹੋਵੇ, ਇਸ ਕਰਕੇ ਇਹਨਾਂ ਨੂੰ ਨਾਦ ਰਹਿਤ ਵਿਅੰਜਨ ਵੀ ਕਿਹਾ ਜਾਂਦਾ ਹੈ। ਤਾਂ ਸੈਕਿੰਡ ਟਾਈਪ ਹੈ ਜੀ ਆਪਣੀ ਨਾਦ ਰਹਿਤ ਅਘੋਸ਼ ਵਿਅੰਜਨ। ਇਸ ਬਾਰੇ ਤੁਸੀਂ ਲਿਖ ਸਕਦੇ ਹੋ, ਸੁਰ ਤੰਤਰਾਂ ਵਿੱਚੋਂ ਜਦੋਂ ਹਵਾ ਬਿਨਾਂ ਰੁਕਾਵਟ ਬਾਹਰ ਆਉਂਦੀ ਹੈ ਤੇ ਕੰਬਣੀ ਨਹੀਂ ਹੁੰਦੀ। ਤਾਂ ਸੁਰ ਤੰਤਰੀਆਂ, ਜਿਨ੍ਹਾਂ ਨੂੰ ਆਪਾਂ ਵੋਕਲ ਕੋਰਡਸ ਕਹਿੰਦੇ ਹਾਂ ਜੀ, ਸੁਰ ਤੰਤਰੀਆਂ ਵਿੱਚੋਂ ਹਵਾ ਬਿਨਾਂ ਰੁਕਾਵਟ, ਬਿਨਾਂ ਕੰਬਣੀ ਬਾਹਰ ਆਉਂਦੀ ਹੈ। ਹਾਂਜੀ, ਤਾਂ ਜਦੋਂ ਸੁਰ ਤੰਤਰੀਆਂ ਵਿੱਚੋਂ ਹਵਾ ਬਿਨਾਂ ਕਿਸੇ ਰੁਕਾਵਟ ਤੇ ਬਿਨਾਂ ਕੰਬਣੀ ਕੀਤੇ ਬਾਹਰ ਆਉਂਦੀ ਹੈ, ਉਸਨੂੰ ਅਘੋਸ਼ ਵਿਅੰਜਨ ਜਾਂ ਨਾਦ ਰਹਿਤ ਵਿਅੰਜਨ ਕਿਹਾ ਜਾਂਦਾ ਹੈ। ਤੇ ਇਹਦੇ ਵਿੱਚ ਕਿਹੜੇ ਕਿਹੜੇ ਜਿਹੜੇ ਵਿਅੰਜਨ ਜਾਂ ਚਿੰਨ੍ਹ ਜਾਂ ਅੱਖਰ ਆ ਜਾਂਦੇ ਨੇ, ਤੇ ਇਹਦੇ ਵਿੱਚ ਆਪਣੇ ਕਵਰਗ ਤੋਂ ਲੈ ਕੇ ਪਵਰਗ ਤੱਕ ਦਾ ਕਿਹੜਾ ਅੱਖਰ ਜੀ ਜਿਹੜਾ ਇਹਦਾ ਬਣੇਗਾ, ਉਹ ਹੈਗਾ ਜੀ ਪਹਿਲਾ ਅਤੇ ਨਾਲ ਦੂਸਰਾ ਅੱਖਰ ਜਿਹੜਾ ਹੈ ਦੂਜਾ ਅੱਖਰ, ਤੇ ਇਹ ਜਿਹੜਾ ਹੈਗਾ ਉਹ ਅਘੋਸ਼ ਵਿਅੰਜਨ ਬਣਨਗੇ, ਪਹਿਲਾ ਅਤੇ ਦੂਜਾ। ਹੁਣ ਕਵਰਗ ਦੀ ਗੱਲ ਕਰ ਲਈ, ਇਹਦੇ ਵਿੱਚ ਪਹਿਲਾ ਦੂਜਾ ਕਿਹੜਾ ਜੀ, ਕੱਕਾ ਤੇ ਖੱਖਾ, ਕ ਖ। ਇਸੇ ਤਰ੍ਹਾਂ ਫਿਰ ਆਪਾਂ ਗੱਲ ਕਰ ਲਈ ਜੀ ਆਪਣਾ ਚਵਰਗ ਦੀ, ਤਾਂ ਚ ਤੇ ਛ। ਉਸ ਤੋਂ ਬਾਅਦ ਟ ਤੇ ਠ, ਫਿਰ ਤ ਤੇ ਥ, ਉਸ ਤੋਂ ਬਾਅਦ ਪ ਤੇ ਫ। ਤਾਂ ਇਹ ਜਿਹੜੇ ਹੈਗੇ ਨੇ ਉਹ ਬਣ ਜਾਣਗੇ ਆਪਣੇ ਅਘੋਸ਼ ਵਿਅੰਜਨ। ਕੱਕਾ, ਖੱਖਾ, ਚੱਚਾ, ਛੱਛਾ, ਟੈਂਕਾ, ਠੱਠਾ, ਤੱਤਾ, ਥੱਥਾ, ਪੱਪਾ ਤੇ ਫੱਫਾ। ਤਾਂ ਇਹ ਹੋ ਗਏ ਜੀ ਅਘੋਸ਼ ਵਿਅੰਜਨ, ਨਾਦ ਰਹਿਤ ਵਿਅੰਜਨ, ਜਦੋਂ ਹਵਾ ਬਿਨਾਂ ਰੁਕਾਵਟ, ਬਿਨਾਂ ਕੰਬਣੀ ਕੀਤੇ ਬਾਹਰ ਆਉਂਦੀ ਹੈ। ਕਵਰਗ ਤੇ ਪਵਰਗ ਦਾ ਪਹਿਲਾ ਅਤੇ ਦੂਜਾ ਅੱਖਰ, ਤੀਸਰਾ ਅੱਖਰ ਜਿਹੜਾ ਸੀਗਾ ਉਹ ਆਪਾਂ ਸਗੋਸ਼ ਵਿਅੰਜਨ ਦੇ ਵਿੱਚ ਦੇਖਿਆ ਸੀ ਕਿ ਇੱਥੋਂ ਦਾ ਕਵਰਗ ਤੋਂ ਪਵਰਗ ਤੱਕ ਦੇ 5 ਇਹ ਵਰਗ ਨੇ। ਹਰ ਇੱਕ ਵਰਗ 'ਚ 5 ਅੱਖਰ ਹੁੰਦੇ ਨੇ, ਤਾਂ ਟੋਟਲ ਇਹਦੇ ਵਿੱਚ ਕਿੰਨੇ ਹੁੰਦੇ ਨੇ ਜੀ, 25 ਅੱਖਰ ਹੁੰਦੇ ਨੇ, 25 ਚਿੰਨ੍ਹ ਹੁੰਦੇ ਨੇ। ਤਾਂ ਉਹਨਾਂ ਵਿੱਚੋਂ ਤੀਸਰਾ ਅੱਖਰ ਜਿਹੜਾ ਹੈ ਉਹ ਸਗੋਸ਼ ਵਿਅੰਜਨ, ਤੇ ਪਹਿਲਾ ਦੂਜਾ ਅੱਖਰ ਸਾਰੇ ਵਰਗਾਂ ਦਾ, ਆਹ ਵਾਲੇ 5 ਵਰਗਾਂ ਦਾ ਅਘੋਸ਼ ਵਿਅੰਜਨ। ਤਾਂ ਇੱਥੇ ਤੱਕ ਤੁਹਾਨੂੰ ਜਿਹੜੀ ਸਾਰੀ ਚੀਜ਼ਾਂ ਕਲੀਅਰ ਹੋ ਗਈ ਹੋਏਗੀ। ਤੇ ਸਗੋਸ਼ ਤੇ ਅਘੋਸ਼ ਦੇ ਵਿੱਚ ਇੰਨੀ ਗੱਲ ਯਾਦ ਰੱਖਿਓ ਕਿ ਸਗੋਸ਼ ਵਿਅੰਜਨ ਉਹ ਵਿਅੰਜਨ ਹੁੰਦੇ ਆ ਜੀ ਜਿਨ੍ਹਾਂ ਦੇ ਵਿੱਚ ਨਾਦ ਹੁੰਦਾ ਹੈ, ਯਾਨੀ ਕਿ ਕੰਬਣੀ ਹੁੰਦੀ ਹੈ, ਤੇ ਅਘੋਸ਼ ਵਿਅੰਜਨ ਉਹ ਵਿਅੰਜਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੰਬਣੀ ਨਹੀਂ ਹੁੰਦੀ ਤੇ ਨਾਦ ਰਹਿਤ ਹੁੰਦੇ ਨੇ। ਤਾਂ ਬਿਨਾਂ ਕੰਬਣੀ ਮਤਲਬ ਕੰਬਣੀ ਕੀਤੇ ਬਿਨਾਂ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਮਹਾਪ੍ਰਾਣ ਵਿਅੰਜਨ ਬਾਰੇ। ਤਾਂ ਮਹਾਪ੍ਰਾਣ ਵਿਅੰਜਨ ਜਿਹੜੇ ਆ ਉਹ ਕਿਹੜੇ ਵਿਅੰਜਨ ਹੁੰਦੇ ਆ, ਜਦੋਂ ਇਹਨਾਂ ਧੁਨੀਆਂ ਦਾ, ਇਹਨਾਂ ਵਿਅੰਜਨਾਂ ਦਾ ਜਾਂ ਇਹਨਾਂ ਅੱਖਰਾਂ ਦਾ ਉਚਾਰਨ ਕਰਦੇ ਸਮੇਂ ਹਵਾ ਫਰਾਟੇ ਨਾਲ ਜਿਹੜੀ ਮੂੰਹ ਦੇ ਵਿੱਚੋਂ ਬਾਹਰ ਆਉਂਦੀ ਹੈ, ਇੱਕਦਮ ਫਰਾਟੇ ਦੇ ਨਾਲ ਜਦੋਂ ਬਾਹਰ ਆਉਂਦੀ ਹੈ, ਉਸਨੂੰ ਅਸੀਂ ਕਹਿੰਦੇ ਹਾਂ ਮਹਾਪ੍ਰਾਣ। ਕਿਉਂਕਿ ਇੱਥੇ ਪ੍ਰਾਣ ਸ਼ਬਦ ਦਾ ਜਿਹੜਾ ਮਤਲਬ ਹੈ, ਇੱਥੇ ਮੈਂ ਤੁਹਾਨੂੰ ਦੱਸ ਦੇਵਾਂ, ਇੱਥੇ ਪ੍ਰਾਣ ਦਾ ਮਤਲਬ ਹੈ ਹਵਾ। ਤਾਂ ਪ੍ਰਾਣ ਮਤਲਬ ਹਵਾ, ਤੇ ਇਸ ਕਰਕੇ ਮਹਾਪ੍ਰਾਣ ਵਿਅੰਜਨ ਦਾ ਅਰਥ ਹੋ ਗਿਆ ਕਿ ਜਦੋਂ ਹਵਾ ਜਿਹੜੀ ਆ ਉਹ ਇੱਕਦਮ ਫਰਾਟੇ ਦੇ ਨਾਲ ਬਾਹਰ ਆਉਂਦੀ ਹੈ, ਉਹ ਮਹਾਪ੍ਰਾਣ ਵਿਅੰਜਨ ਅਖਵਾਉਂਦੀ ਹੈ। ਤਾਂ ਦੇਖੋ ਇੱਥੇ ਲਿਖ ਸਕਦੇ ਹੋ ਤੁਸੀਂ, ਉਚਾਰਨ ਸਮੇਂ ਹਵਾ ਫਰਾਟੇ ਨਾਲ, ਯਾਨੀ ਕਿ ਇੱਕਦਮ ਫਰਾਟੇ ਨਾਲ ਬਾਹਰ, ਮੂੰਹ ਤੋਂ ਬਾਹਰ ਆਉਂਦੀ ਹੈ। ਤੇ ਇਸ ਦੇ ਵਿੱਚ ਕਿਹੜੇ ਕਿਹੜੇ ਅੱਖਰ ਆ ਜਾਂਦੇ ਆ ਜੀ, ਤਾਂ ਇਸ ਦੇ ਵਿੱਚ ਤੁਸੀਂ ਦੇਖੋ ਦੂਜਾ ਅੱਖਰ ਜਿਹੜਾ ਹੈ, ਸਾਰੇ ਹੀ ਜਿਹੜੇ ਵਰਗ ਹੈਗੇ ਆ, ਇਹਦਾ ਵਰਗ ਦਾ ਦੂਜਾ ਅੱਖਰ ਜਿਹੜਾ ਹੈ ਉਹ ਕਿਹੜਾ ਹੋਏਗਾ, ਮਹਾਪ੍ਰਾਣ ਵਿਅੰਜਨ ਹੋਏਗਾ। ਕਿਹੜੇ ਵਰਗ ਦਾ, ਕਵਰਗ ਤੋਂ ਲੈ ਕੇ ਪਵਰਗ ਤੱਕ ਦਾ। ਦੇਖੋ ਦੂਜਾ ਅੱਖਰ ਕਿਹੜਾ ਹੋਏਗਾ, ਕ ਖ, ਤਾਂ ਖ ਜਿਹੜਾ ਹੈ ਉਹ ਦੂਸਰਾ ਅੱਖਰ ਹੈ। ਉਸ ਤੋਂ ਬਾਅਦ ਚ ਛ, ਤਾਂ ਛ ਜਿਹੜਾ ਹੈ ਉਹ ਦੂਸਰਾ ਅੱਖਰ ਹੈ। ਬਾਕੀ ਤੁਸੀਂ ਇਹਨਾਂ ਅੱਖਰਾਂ ਨੂੰ, ਇਹਨਾਂ ਵਿਅੰਜਨਾਂ ਨੂੰ ਤੁਸੀਂ ਖੁਦ ਤੋਂ ਉਚਾਰ ਕੇ ਦੇਖੋ। ਜਦੋਂ ਤੁਸੀਂ ਖ ਬੋਲਦੇ ਹੋ ਜਾਂ ਛ ਬੋਲਦੇ ਹੋ ਤਾਂ ਇੱਕਦਮ ਹਵਾ ਜਿਹੜੀ ਉਹ ਫਰਾਟੇ ਨਾਲ ਬਾਹਰ ਆਉਂਦੀ ਹੈ, ਖ। ਤਾਂ ਹਵਾ ਸਾਰੀ ਇੱਕਦਮ ਫਰਾਟੇ ਦੇ ਨਾਲ ਮੂੰਹ ਵਿੱਚੋਂ ਬਾਹਰ ਆਉਂਦੀ ਹੈ। ਉਸ ਤੋਂ ਬਾਅਦ ਤੀਸਰਾ ਅੱਖਰ ਜਿਹੜਾ ਆਪਣਾ ਤੀਸਰਾ ਵਰਗ ਆ ਜਾਂਦਾ ਹੈ ਜੀ ਆਪਣਾ ਟ ਵਰਗ, ਤਾਂ ਉਹਦੇ ਵਿੱਚ ਜਿਹੜਾ ਦੂਜਾ ਅੱਖਰ ਹੈ ਠ,
ਬਿਲਕੁਲ, ਤੁਸੀਂ ਜਿਵੇਂ-ਜਿਵੇਂ ਬੋਲੀ ਜਾਓਗੇ ਤੁਹਾਨੂੰ ਆਪੇ ਮਹਿਸੂਸ ਹੋਏਗਾ ਕਿ ਜਦੋਂ ਅਸੀਂ ਇਹਨਾਂ ਅੱਖਰਾਂ ਨੂੰ ਉਚਾਰਦੇ ਹਾਂ ਤਾਂ ਹਵਾ ਇੱਕਦਮ ਮੂੰਹ ਦੇ ਵਿੱਚੋਂ ਬਾਹਰ ਆਉਂਦੀ ਹੈ। ਫਿਰ ਆ ਗਿਆ ਜੀ ਥ, ਤੇ ਫਿਰ ਆ ਗਿਆ ਜੀ ਆਪਣਾ ਫ। ਤਾਂ ਇਸ ਕਰਕੇ ਇਹਨਾਂ ਨੂੰ ਮਹਾਪ੍ਰਾਣ ਵਿਅੰਜਨ ਕਿਹਾ ਜਾਂਦਾ ਹੈ, ਕਿਉਂਕਿ ਇਸ 'ਚ ਉਚਾਰਨ ਸਮੇਂ ਹਵਾ ਫਰਾਟੇ ਨਾਲ ਮੂੰਹ 'ਚੋਂ ਬਾਹਰ ਆਉਂਦੀ ਹੈ। ਤੇ ਕਵਰਗ ਤੋਂ ਲੈ ਕੇ ਪਵਰਗ ਤੱਕ ਦਾ ਦੂਜਾ ਅੱਖਰ ਜਿਹੜਾ ਹੈ ਜੀ ਉਹ ਹੋ ਗਿਆ ਮਹਾਪ੍ਰਾਣ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਚੌਥਾ ਅਲਪ ਪ੍ਰਾਣ। ਅਲਪ ਪ੍ਰਾਣ, ਅਲਪ ਪ੍ਰਾਣ ਵਿਅੰਜਨ। ਅਲਪ ਪ੍ਰਾਣ ਵਿਅੰਜਨ, ਤਾਂ ਦੇਖੋ ਹੁਣ ਨਾਮ ਹੀ ਹੈ ਕਿ ਅਲਪ ਯਾਨੀ ਕਿ ਘੱਟ। ਅਲਪ ਦਾ ਮਤਲਬ ਹੀ ਕੀ ਹੁੰਦਾ ਜੀ? ਘੱਟ। ਅਲਪ ਦਾ ਮਤਲਬ ਘੱਟ, ਤੇ ਪ੍ਰਾਣ ਦਾ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਹਵਾ। ਤਾਂ ਘੱਟ ਹਵਾ, ਜਦੋਂ ਵੀ ਉਚਾਰਨ ਸਮੇਂ ਹਵਾ ਘੱਟ ਮੂੰਹ ਦੇ ਵਿੱਚੋਂ ਬਾਹਰ ਆਵੇ ਉਸਨੂੰ ਅਲਪ ਪ੍ਰਾਣ ਕਹਿੰਦੇ ਨੇ। ਤਾਂ ਉਚਾਰਨ ਸਮੇਂ ਹਵਾ ਮੂੰਹ ਵਿੱਚੋਂ ਘੱਟ ਬਾਹਰ ਆਵੇ, ਦੇਖੋ ਮਾਹਾਂ ਦੇ ਵਿੱਚ ਜ਼ਿਆਦਾ ਆਵੇ ਤੇ ਅਲਪ ਦੇ ਵਿੱਚ ਘੱਟ ਆਵੇ, ਠੀਕ ਹੈ, ਉਹਨਾਂ ਨੂੰ ਅਲਪ ਪ੍ਰਾਣ ਵਿਅੰਜਨ ਕਿਹਾ ਜਾਂਦਾ ਜੀ। ਤੇ ਕਿਹੜੇ ਕਿਹੜੇ ਅੱਖਰ ਹੈਗੇ ਜਿਹੜੇ ਅਲਪ ਪ੍ਰਾਣ ਵਿਅੰਜਨ ਦੇ ਵਿੱਚ ਆਉਂਦੇ ਆ? ਤਾਂ ਇਹ ਵੀ ਜੇ ਹੈਗੇ ਕਵਰਗ ਤੋਂ ਲੈ ਕੇ ਪਵਰਗ ਤੱਕ ਦਾ ਪਹਿਲਾ, ਇੱਥੇ ਤੁਸੀਂ ਨਾਲ ਨੂਮੈਰੀਕਲ ਲਿਖ ਲਓ, ਨੂਮੈਰੀਕਲ ਦੇ ਨਾਲ ਯਾਦ ਰਹਿ ਜਾਂਦਾ। ਹਾਂਜੀ, ਪਹਿਲਾ ਅਤੇ ਤੀਸਰਾ, ਫਸਟ ਤੇ ਥਰਡ ਅੱਖਰ ਜਿਹੜਾ ਹੈਗਾ ਜੀ ਉਹ ਹੁੰਦੇ ਆ ਆਪਣੇ ਅਲਪ ਪ੍ਰਾਣ ਵਿਅੰਜਨ। ਕਿਹੜੇ ਕਿਹੜੇ ਹੁੰਦੇ ਆ? ਦੇਖੋ ਕ, ਜਿਵੇਂ ਅਸੀਂ ਕ ਬੋਲਦੇ ਹਾਂ ਹਵਾ ਇੰਨੀ ਜ਼ਿਆਦਾ ਬਾਹਰ ਨਹੀਂ ਆਉਂਦੀ ਮੂੰਹ ਚੋਂ ਜਿੰਨੀ ਖ ਬੋਲਣ ਤੇ ਆਉਂਦੀ ਹੈ। ਤਾਂ ਕ ਨਾਲ ਹੀ ਤੀਸਰਾ ਅੱਖਰ ਗ। ਬਿਲਕੁਲ ਤੁਸੀਂ ਖੁਦ ਜਿਹੜਾ ਡਿਫਰੈਂਸ ਦੇਖੋ ਕਿ ਖ ਬੋਲਣ ਲੱਗਿਆ ਜ਼ਿਆਦਾ ਹਵਾ ਬਾਹਰ ਆਉਂਦੀ ਹੈ ਤੇ ਕ ਤੇ ਗ ਬੋਲਣ ਲੱਗਿਆ ਹਵਾ ਘੱਟ ਬਾਹਰ ਆਉਂਦੀ ਹੈ। ਤੇ ਫਿਰ ਆਪਣਾ ਦੂਸਰਾ ਵਰਗ ਆ ਜਾਂਦਾ ਹੈ, ਉਹਦੇ ਵਿੱਚੋਂ ਪਹਿਲਾ ਅੱਖਰ ਜੀ ਚ ਤੇ ਤੀਸਰਾ ਅੱਖਰ ਜ। ਦੈਨ ਟਵਰਗ ਦਾ ਟ ਤੇ ਨਾਲ ਹੀ ਡ। ਉਸ ਤੋਂ ਬਾਅਦ ਤਵਰਗ ਦਾ ਤ ਤੇ ਨਾਲ ਹੀ ਦ। ਇਸੇ ਤਰ੍ਹਾਂ ਪਵਰਗ ਦਾ ਪ ਤੇ ਨਾਲ ਹੀ ਬ। ਤੇ ਇਸ ਤਰ੍ਹਾਂ ਜਿਹੜੇ ਹੈਗੇ ਇਹ ਅੱਖਰ ਨੇਗੇ ਜੀ ਉਹ ਹੋ ਜਾਂਦੇ ਆ ਆਪਣੇ ਅਲਪ ਪ੍ਰਾਣ ਵਿਅੰਜਨ। ਕਵਰਗ ਤੋਂ ਪਵਰਗ ਤੱਕ ਦਾ ਪਹਿਲਾ ਤੇ ਤੀਸਰਾ ਅੱਖਰ। ਤਾਂ ਆਈ ਥਿੰਕ ਬਾਈ ਡੈਫੀਨੇਸ਼ਨ ਔਰ ਜਿਹੜੀ ਹੈ ਤੁਹਾਨੂੰ ਹਰ ਇੱਕ ਚੀਜ਼ ਕਲੀਅਰ ਹੋ ਗਈ ਹੋਏਗੀ ਕਿ ਸਗੋਸ਼, ਅਗੋਸ਼, ਮਹਾਪ੍ਰਾਣ ਤੇ ਅਲਪ ਪ੍ਰਾਣ ਕੀ ਹੁੰਦੇ ਨੇ, ਕਿਹੜੇ ਵਿਅੰਜਨਾਂ ਨੂੰ ਕਿਹਾ ਜਾਂਦਾ ਤੇ ਇਹਨਾਂ ਨੂੰ ਇਹ ਚੀਜ਼ ਕਿਉਂ ਕਿਹਾ ਜਾਂਦਾ ਹੈ। ਕਿਉਂਕਿ ਜਿਵੇਂ ਤੁਸੀਂ ਇਹ ਸਾਰੇ ਜਿਹੜੀ ਡੈਫੀਨੇਸ਼ਨਸ ਹੈਗੀਆਂ ਨੇ ਇਹ ਤੁਸੀਂ ਖੁਦ ਵੀ ਟਰਾਈ ਕਰਕੇ ਦੇਖ ਸਕਦੇ ਹੋ। ਅਗਰ ਤੁਸੀਂ ਇਹਨਾਂ ਵਿਅੰਜਨਾਂ ਨੂੰ ਜਾਂ ਇਹਨਾਂ ਚਿੰਨ੍ਹਾਂ ਨੂੰ, ਇਹਨਾਂ ਅੱਖਰਾਂ ਨੂੰ ਖੁਦ ਤੋਂ ਉਚਾਰ ਕੇ ਦੇਖੋ ਤਾਂ ਤੁਹਾਨੂੰ ਕੋਈ ਬਿਲਕੁਲ ਵੀ ਪ੍ਰੋਬਲਮ ਨਹੀਂ ਆਏਗੀ। ਤੁਸੀਂ ਖੁਦ ਤੋਂ ਡਿਫਾਈਨ ਕਰ ਸਕਦੇ ਹੋ ਕਿ ਹਾਂ ਇਹ ਵਾਲਾ ਜਿਹੜਾ ਅੱਖਰ ਆ ਉਹ ਇਸ ਕੈਟੇਗਰੀ ਦੇ ਵਿੱਚ ਜਾਏਗਾ। ਤੇ ਇਹ ਚੀਜ਼ ਅਗਰ ਕਲੀਅਰ ਹੈ ਤਾਂ ਇਸ ਤੋਂ ਬਾਅਦ ਆਪਾਂ ਇਸ ਨੂੰ ਜਿਹੜਾ ਆਪਾਂ ਸਮ ਅਪ ਕਰਦੇ ਹਾਂ ਤੇ ਇੱਕ ਚਾਰਟ ਦੇ ਥਰੂ ਦੇਖਦੇ ਹਾਂ। ਹਾਂਜੀ, ਇਹ ਰਿਹਾ ਉਹ ਚਾਰਟ ਜਿਹਦੇ ਥਰੂ ਆਪਾਂ ਸਮਝਾਂਗੇ ਕਿ ਅਗੋਸ਼, ਸਗੋਸ਼, ਮਹਾਪ੍ਰਾਣ ਤੇ ਅਲਪ ਪ੍ਰਾਣ। ਦੇਖੋ ਅਗੋਸ਼ ਤੇ ਸਗੋਸ਼ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਦੇਖੋ ਕਵਰਗ ਤੋਂ ਪਵਰਗ ਤੱਕ 5 ਵਰਗ ਨੇ ਤੇ 25 ਇਹਦੇ ਵਿੱਚ ਅੱਖਰ ਨੇ। ਮੈਂ ਇਹ ਵੀ ਚੀਜ਼ ਇੱਥੇ ਲਿਖ ਦਿੰਦੀ ਹਾਂ, 5 ਵਰਗ ਹੁੰਦੇ ਨੇ ਜੀ, ਇਹ 5 ਵਰਗ ਤੇ ਇਹਦੇ ਅੰਡਰ ਹੁੰਦੇ ਆ ਜੀ 25 ਅੱਖਰ, ਠੀਕ ਹੈ। 25 ਅੱਖਰ ਹੁੰਦੇ ਆ ਜੀ ਇਹਦੇ ਅੰਡਰ, ਤੇ ਇਹਦੇ ਵਿੱਚੋਂ ਸਾਰੇ ਵਰਗਾਂ ਦਾ ਪਹਿਲਾ ਤੇ ਦੂਜਾ ਅੱਖਰ ਹੁੰਦਾ ਜੀ ਅਗੋਸ਼, ਪਹਿਲਾ ਤੇ ਦੂਜਾ, ਤੇ ਤੀਸਰਾ ਅੱਖਰ ਹੁੰਦਾ ਜੀ ਸਗੋਸ਼। ਪਹਿਲਾ, ਦੂਜਾ, ਤੀਜਾ ਇੱਦਾਂ ਕਰਕੇ ਨਾ, ਪਹਿਲਾ ਦੂਜਾ ਇਸ ਸਾਈਡ ਤੇ ਆ ਗਏ, ਤੀਸਰਾ ਇਸ ਸਾਈਡ ਤੇ, ਲਾਈਨ ਵਾਈਜ਼ ਜਿਵੇਂ ਆਪਾਂ ਲਿਖਦੇ ਹਾਂ। ਤਾਂ ਪਹਿਲੇ ਦੋ ਨੂੰ ਅਗੋਸ਼ ਤੇ ਤੀਸਰੇ ਨੂੰ ਸਗੋਸ਼, ਤੇ ਤੀਸਰੇ ਨੂੰ ਸਗੋਸ਼ ਵਿਅੰਜਨ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆ ਗਿਆ ਜੀ ਮਹਾਪ੍ਰਾਣ ਤੇ ਅਲਪ ਪ੍ਰਾਣ। ਮਹਾਪ੍ਰਾਣ ਤੇ ਅਲਪ ਪ੍ਰਾਣ ਜਿਹੜੇ ਹੈਗੇ ਆ ਉਹ ਕਿਵੇਂ ਨੇ? ਦੇਖੋ ਮੈਨੇ ਕਲਰ ਵਾਈਜ਼ ਇੱਥੇ ਤੁਹਾਨੂੰ ਦੱਸਿਆ ਹੈਗਾ ਕਿ ਕਲਰ ਜਿਹੜਾ ਹੈਗਾ ਗ੍ਰੀਨ ਕਲਰ ਇਹ ਗ੍ਰੀਨ ਕਲਰ ਸੇਮ ਹੈਗਾ ਨਾ ਜੀ, ਯਾਨੀ ਕਿ ਦੂਜਾ ਤੇ ਦੂਜਾ ਅੱਖਰ ਇਹ ਦੋਨੇ ਆਪਸ ਦੇ ਵਿੱਚ ਮੈਚ ਕਰਦੇ ਨੇ। ਅਗੋਸ਼ ਦੇ ਵਿੱਚ ਜਿਹੜਾ ਦੂਜਾ ਅੱਖਰ ਆਉਂਦਾ ਹੈ, ਮਹਾਪ੍ਰਾਣ ਦੇ ਵਿੱਚ ਵੀ ਇਕੱਲਾ ਦੂਜਾ ਅੱਖਰ ਆਉਂਦਾ ਹੈ। ਫਰਕ ਕੀ ਹੈ ਕਿ ਇਸ ਦੇ ਵਿੱਚ ਨਾਲ ਪਹਿਲਾ ਵੀ ਆਉਂਦਾ, ਇਸ ਦੇ ਵਿੱਚ ਪਹਿਲਾ ਨਹੀਂ ਆਉਂਦਾ। ਤਾਂ ਅਗੋਸ਼ ਤੇ ਮਹਾਪ੍ਰਾਣ ਦੇ ਵਿੱਚ ਦੂਜਾ ਅੱਖਰ ਜਿਹੜਾ ਜੀ ਉਹ ਕਾਮਨ ਹੈ, ਠੀਕ ਹੈ ਜੀ। ਅਗੋਸ਼ ਦੇ ਵਿੱਚ ਪਹਿਲਾ ਤੇ ਦੂਜਾ, ਮਹਾਪ੍ਰਾਣ 'ਚ ਇਕੱਲਾ ਦੂਜਾ। ਤੇ ਇਸ ਤੋਂ ਬਾਅਦ ਅਲਪ ਪ੍ਰਾਣ। ਅਲਪ ਪ੍ਰਾਣ ਦੇ ਵਿੱਚ ਸਗੋਸ਼ ਨਾਲ ਤੀਸਰਾ ਅੱਖਰ ਜਿਹੜਾ ਇਹਦੇ ਨਾਲ ਮਿਲਦਾ ਹੈ ਤੇ ਪਹਿਲਾ ਅੱਖਰ ਅਗੋਸ਼ ਨਾਲ ਮਿਲਦਾ ਹੈ, ਕਿਉਂਕਿ ਅਲਪ ਪ੍ਰਾਣ 'ਚ ਪਹਿਲਾ ਤੇ ਤੀਸਰਾ ਅੱਖਰ ਹੁੰਦਾ ਜੀ। ਤਾਂ ਪਹਿਲਾ ਅਗੋਸ਼ ਨਾਲ ਤੇ ਤੀਸਰਾ ਸਗੋਸ਼ ਨਾਲ। ਕਲਰ ਦੇ ਨਾਲ ਤੁਸੀਂ ਚਾਰਟ ਬਣਾ ਲਓ, ਕਲਰ ਦੇ ਨਾਲ ਤੁਹਾਨੂੰ ਯਾਦ ਵੀ ਰਹੇਗਾ। ਪਹਿਲਾ ਜਿਹੜਾ ਹੈਗਾ ਅਗੋਸ਼ ਨਾਲ, ਅਲਪ ਦੇਖੋ ਪਹਿਲਾ ਅ ਤੋਂ ਸ਼ੁਰੂ ਹੁੰਦਾ, ਅਲਪ ਪ੍ਰਾਣ ਆੜੇ ਤੋਂ ਸ਼ੁਰੂ ਹੁੰਦਾ। ਤਾਂ ਪਹਿਲਾ ਅੱਖਰ ਆੜਾ, ਪਹਿਲਾ ਅੱਖਰ ਕਿਹਦੇ ਨਾਲ ਮਿਲਦਾ ਹੈ? ਆੜੇ ਵਾਲੇ ਅਗੋਸ਼ ਨਾਲ। ਤਾਂ ਪਹਿਲਾ ਜਿਹੜਾ ਇਹਨਾਂ ਦੇ ਦੋਨਾਂ ਦੇ ਵਿੱਚ ਸੇਮ ਹੈ। ਤੇ ਇਹ ਜਿਹੜਾ ਇਸ ਤੋਂ ਬਾਅਦ ਹੈਗਾ ਜੀ ਤੀਸਰਾ ਅੱਖਰ ਜਿਹੜਾ ਇਹਦਾ ਸਗੋਸ਼ ਨਾਲ ਸੇਮ ਹੈ, ਕਿਉਂਕਿ ਆਹ ਦੂਜਾ ਅੱਖਰ ਤਾਂ ਮਹਾਪ੍ਰਾਣ ਲੈ ਗਿਆ ਜੀ, ਮਹਾਪ੍ਰਾਣ ਨਾਲ ਸੇਮ ਹੋ ਗਿਆ। ਸੋ ਪਹਿਲਾ ਤੇ ਤੀਸਰਾ ਅੱਖਰ ਜਿਹੜਾ ਉਹ ਅਲਪ ਪ੍ਰਾਣ ਨਾਲ ਸੇਮ ਹੈ। ਸੋ ਤੁਸੀਂ ਇੱਦਾਂ ਲਿਖ ਸਕਦੇ ਹੋ ਕਿ ਪਹਿਲਾ, ਦੂਜਾ, ਤੀਜਾ ਇਹਦਾ ਸੀਰੀਅਲ ਵਾਈਜ਼ ਲਿਖ ਲਓ। ਫਿਰ ਪਹਿਲੇ ਦੂਜੇ ਦੇ ਉੱਤੇ ਨੰਬਰ ਪਾ ਲਓ ਅਗੋਸ਼, ਤੀਸਰੇ ਦੇ ਉੱਤੇ ਨੰਬਰ ਪਾ ਲਓ ਸਗੋਸ਼।
ਨੰਬਰ ਕਿਵੇਂ ਪਾਣੀ ਹੈ, ਮਤਲਬ ਮੈਂ ਤੁਹਾਨੂੰ ਕਿਉਂ ਕਹਿ ਰਹੀ ਹਾਂ ਵੀ ਇੱਦਾਂ ਪਾ ਲਓ ਕਿ ਅਗਰ ਐਗਜ਼ਾਮ ਦੇ ਵਿੱਚ ਇਹਨਾਂ ਤੇ ਕੋਈ ਕੁਐਸਚਨ ਆਉਂਦਾ ਹੈ, ਕੋਈ ਅੱਖਰ ਤੁਹਾਨੂੰ ਲਿਖਿਆ ਜਾਂਦਾ ਹੈ, ਦੱਸੋ ਇਹ ਕਿਹੜਾ ਅੱਖਰ ਹੈ, ਅਘੋਸ਼ ਹੈ ਜਾਂ ਸਘੋਸ਼ ਹੈ, ਤਾਂ ਤੁਸੀਂ ਉਹ ਐਟ ਦਾ ਟਾਈਮ ਆਪਣੇ ਮਾਈਂਡ ਦੇ ਵਿੱਚ ਇਹ ਚਾਰਟ ਜਿਹੜਾ ਹੈ ਉਹ ਬਣਾ ਸਕਦੇ ਹੋ ਕਿ ਅਗਰ ਮੈਂ ਪਹਿਲੇ 3 ਅੱਖਰ ਲਾਈਨ ਵਾਈਜ਼ ਲਿਖਾਂ, ਪਹਿਲਾ ਦੂਜਾ ਤੀਜਾ, ਤਾਂ ਪਹਿਲੇ 2 ਦੇ ਉੱਤੇ ਨਾਮ ਪੈਂਦਾ ਸੀ ਅਘੋਸ਼, ਤੀਸਰੇ ਦੇ ਉੱਤੇ ਨਾਮ ਪੈਂਦਾ ਸੀ ਸਘੋਸ਼। ਤਾਂ ਇਸ ਤਰ੍ਹਾਂ ਤੁਹਾਨੂੰ ਇਹ ਚਾਰਟ ਜਿਹੜਾ ਉੱਤੇ ਯਾਦ ਆ ਜਾਵੇਗਾ। ਤੇ ਫਿਰ ਬਿਲਕੁਲ ਦੂਜੇ ਨਾਲ ਦੂਜਾ ਤੁਸੀਂ ਮੈਚ ਕਰ ਲੈਣਾ ਮਹਾਪ੍ਰਾਣ ਦਾ, ਤੇ ਪਹਿਲਾ ਤੇ ਤੀਸਰਾ ਤੁਸੀਂ ਮੈਚ ਕਰ ਲੈਣਾ ਹੈ ਅਲਪਪ੍ਰਾਣ ਦੇ ਵਿੱਚ। ਆਈ ਥਿੰਕ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ ਸਾਰਾ ਕੁਝ। ਹਾਂਜੀ, ਇਸੇ ਚਾਰਟ ਦੇ ਵਿੱਚ ਅਗਰ ਤੁਹਾਨੂੰ ਇਹ ਚਾਰਟ ਕਲੀਅਰ ਹੈ ਤਾਂ ਇਹਦੇ ਵਿੱਚੋਂ ਹੀ ਟਾਈਪਸ ਬਣ ਜਾਣਗੀਆਂ। ਸਭ ਤੋਂ ਪਹਿਲਾਂ ਆਪਾਂ ਆਪਣੀ ਟਾਈਪ ਬਣਾਉਂਦੇ ਹਾਂ ਜੀ, ਆਪਾਂ ਬਣਾ ਲੈਂਦੇ ਹਾਂ ਅਘੋਸ਼ ਦੀ। ਤਾਂ ਅਘੋਸ਼ ਮਹਾਪ੍ਰਾਣ, ਯਾਨੀ ਕਿ ਕੈਸਾ ਅੱਖਰ ਜਿਹੜਾ ਅਘੋਸ਼ ਵੀ ਹੋਵੇ ਤੇ ਮਹਾਪ੍ਰਾਣ ਵੀ ਹੋਵੇ। ਤਾਂ ਕਿਹੜਾ ਅੱਖਰ ਹੈਗਾ ਜੀ ਉਹ ਹੈਗਾ ਦੂਸਰਾ ਅੱਖਰ। ਇੱਕ ਇੱਕ ਕਰਕੇ ਤਾਂ ਆਪਾਂ ਲਿਖ ਲਿਆ ਅਘੋਸ਼ ਦੇ ਵਿੱਚ ਕਿਹੜੇ ਕਿਹੜੇ ਅੱਖਰ ਆਉਂਦੇ ਆ, ਪਹਿਲਾ ਤੇ ਦੂਸਰਾ। ਮਹਾਪ੍ਰਾਣ 'ਚ ਕਿਹੜੇ ਅੱਖਰ ਆਉਂਦੇ ਆ, ਦੂਸਰਾ। ਤਾਂ ਅਘੋਸ਼ ਔਰ ਮਹਾਪ੍ਰਾਣ ਇਕੱਠਾ ਜਿਹੜਾ ਇੱਕ ਅੱਖਰ ਐਸਾ ਹੋਵੇ ਜੋ ਅਘੋਸ਼ ਵੀ ਹੋਵੇ ਤੇ ਮਹਾਪ੍ਰਾਣ ਵੀ ਹੋਵੇ, ਤਾਂ ਉਹ ਕਿਹੜਾ ਅੱਖਰ ਹੋਏਗਾ ਜੀ, ਉਹ ਹੋਏਗਾ ਦੂਜਾ ਅੱਖਰ। ਇਸੇ ਤਰ੍ਹਾਂ ਅਘੋਸ਼ ਅਲਪਪ੍ਰਾਣ, ਅਘੋਸ਼ ਅਲਪਪ੍ਰਾਣ। ਤਾਂ ਅਘੋਸ਼ ਦੇ ਵਿੱਚ ਪਹਿਲਾ ਦੂਜਾ ਅੱਖਰ, ਅਲਪਪ੍ਰਾਣ ਦੇ ਵਿੱਚ ਪਹਿਲਾ ਤੇ ਤੀਜਾ ਅੱਖਰ। ਤੇ ਇੱਕ ਐਸਾ ਅੱਖਰ ਲੱਭਣਾ ਜਿਹੜਾ ਅਘੋਸ਼ ਵੀ ਹੋਵੇ ਤੇ ਅਲਪਪ੍ਰਾਣ ਵੀ ਹੋਵੇ। ਤਾਂ ਸਾਨੂੰ ਸਾਫ਼-ਸਾਫ਼ ਦਿਖ ਰਿਹਾ ਉਹ ਹੈਗਾ ਜੀ ਪਹਿਲਾ ਅੱਖਰ। ਠੀਕ ਜੀ। ਇਸ ਤੋਂ ਬਾਅਦ ਆਪਾਂ ਲਿਖਦੇ ਹਾਂ ਸਘੋਸ਼ ਮਹਾਪ੍ਰਾਣ। ਸਘੋਸ਼ ਮਹਾਪ੍ਰਾਣ। ਕੀ ਇਹਦੇ ਵਿੱਚ ਕੁਝ ਕਾਮਨ ਹੈਗਾ ਜੀ? ਨਹੀਂ, ਸਘੋਸ਼ ਮਹਾਪ੍ਰਾਣ ਦੇ ਵਿੱਚ ਕੁਝ ਵੀ ਕਾਮਨ ਨਹੀਂ ਹੈਗਾ। ਹਾਂਜੀ, ਤਾਂ ਉਸ ਤੋਂ ਅੱਗੇ ਆਪਾਂ ਟਾਈਪ ਕਰਦੇ ਹਾਂ ਫਿਰ ਸਘੋਸ਼ ਅਲਪਪ੍ਰਾਣ। ਸਘੋਸ਼ ਅਲਪਪ੍ਰਾਣ। ਤਾਂ ਦੇਖੋ ਜਿਹੜਾ ਇੱਕ ਐਸਾ ਵਿਅੰਜਨ ਜਾਂ ਐਸਾ ਅੱਖਰ ਜਿਹੜਾ ਸਘੋਸ਼ ਵੀ ਹੋਵੇ ਤੇ ਅਲਪਪ੍ਰਾਣ ਵੀ ਹੋਵੇ, ਤਾਂ ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ ਤੀਸਰਾ ਤੇ ਤੀਸਰਾ ਅੱਖਰ ਜਿਹੜਾ ਹੈਗਾ ਜੀ ਉਹ ਹੋਏਗਾ ਤੀਸਰਾ ਅੱਖਰ ਸਘੋਸ਼ ਅਲਪਪ੍ਰਾਣ। ਤਾਂ ਇਸ ਤਰ੍ਹਾਂ ਤੁਸੀਂ ਇਹ ਕੁਐਸਚਨ ਜਿਹੜੇ ਹੁਣ ਐਗਜ਼ਾਮ ਦੇ ਵਿੱਚ ਸੋਲਵ ਕਰ ਸਕਦੇ ਹੋ। ਉੱਥੇ ਕੁਝ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਐਸਾ ਅੱਖਰ ਦੱਸੋ ਜਿਹੜਾ ਅਲਪਪ੍ਰਾਣ ਵੀ ਹੋਵੇ ਤੇ ਅਘੋਸ਼ ਵੀ ਹੋਵੇ। ਤਾਂ ਤੁਸੀਂ ਦੇਖ ਕੇ ਦੱਸਣਾ ਕਿ ਹਾਂ ਕਿਹੜਾ ਇਹਨਾਂ ਵਰਗ ਦੇ ਵਿੱਚੋਂ ਜਿਹੜਾ ਪਹਿਲਾ ਅੱਖਰ ਲਿਖਿਆ ਪਿਆ ਹੋਊਗਾ ਸਾਰੇ ਵਰਗਾਂ ਦਾ, ਉਹ ਤੁਹਾਡਾ ਹੋਏਗਾ ਅਘੋਸ਼ ਅਲਪਪ੍ਰਾਣ। ਤੇ ਇਸ ਤਰ੍ਹਾਂ ਸਾਰੇ ਦੇ ਬੇਸ ਤੇ ਜਿਹੜੇ ਕੁਐਸਚਨ ਤੁਹਾਡੇ ਸੋਲਵ ਹੋ ਜਾਣਗੇ ਤੇ ਇਸ ਚਾਰਟ ਬੇਸਿਸ ਤੇ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਣ ਵਾਲੀ। ਇੱਕ ਚੀਜ਼ ਰਹਿ ਗਈ, ਆਪਾਂ ਢਕਵੇਂ ਵਿਅੰਜਨ ਤਾਂ ਸਾਰੇ ਟਾਈਪਸ ਕਰ ਲਈਆਂ, ਆਪਾਂ ਅਢਕਵੇਂ ਵਿਅੰਜਨ ਜਿਹੜੀਆਂ ਇਹਦੀਆਂ ਟਾਈਪਸ ਰਹਿ ਗਈਆਂ, ਇਹਨੂੰ ਡਿਟੇਲ ਦੇ ਵਿੱਚ ਕਰਨਾ। ਤਿੰਨੋਂ ਡਿਟੇਲ ਦੇ ਵਿੱਚ ਕਰਕੇ ਆਪਣੀਆਂ ਖੰਡੀ ਧੁਨੀਆਂ ਨੇ ਜਿਹੜੀਆਂ ਉਹ ਕੰਪਲੀਟ ਹੋ ਜਾਣਗੀਆਂ। ਤਾਂ ਆਪਾਂ ਢਕਵੇਂ ਵਿਅੰਜਨ ਅਢਕਵੇਂ ਵਿਅੰਜਨ ਜਿਹੜੇ ਆ ਉਹ ਕਰ ਰਹੇ ਸੀ। ਢਕਵੇਂ ਵਿਅੰਜਨ ਆਪਾਂ ਕੰਪਲੀਟ ਕਰ ਲਏ ਆ, ਤਾਂ ਅਢਕਵੇਂ ਵਿਅੰਜਨ ਜਿਹੜੇ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਕੰਪਲੀਟ ਕਰਾਂਗੇ। ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ, ਪਲੀਜ਼ ਆਪਣਾ ਫੀਡਬੈਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ। ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ, ਜਿਸ ਨਾਲ ਤੁਹਾਨੂੰ ਆਉਣ ਵਾਲੀ ਸਾਰੀ ਲੇਟੈਸਟ ਵੀਡੀਓਜ਼ ਦੀ ਅਪਡੇਟ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਮਿਲੇਗੀ। ਤੁਸੀਂ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਥੈਂਕ ਯੂ।